ਲੋ ਦੋਸਤੋ, ਇੱਕ ਰਿਪੋਰਟ ਆਈ ਹੈ ਔਰ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਮਾਹੌਲੀਆਤੀ ਖਤਰਾਤ ਤਾਂ ਹੈਗੇ ਨੇ, ਪਰ ਸਭ ਨਾਲੋਂ ਜ਼ਿਆਦਾ ਜਿਹੜੇ ਖਤਰਾਤ ਨੇ ਉਹ ਪਾਕਿਸਤਾਨ ਦੇ ਵਿੱਚ। ਔਰ ਇੰਨੇ ਜ਼ਿਆਦਾ ਨੇ ਕਿ ਜੇ ਪੂਰੀ ਦੁਨੀਆ 'ਚ ਕਿਤੇ ਇੱਕ ਬੰਦਾ ਮਾਹੌਲੀਆਤੀ ਤਗੱਯਰ ਦੇ ਨਾਲ ਮਰਦਾ ਹੈ ਤੇ ਪਾਕਿਸਤਾਨ ਦੇ ਵਿੱਚ 15 ਬੰਦੇ ਮਰਨ ਦੇ ਇਮਕਾਨ ਨੇ। ਯਾਨੀ 15 ਗੁਣਾ ਜ਼ਿਆਦਾ ਇੱਥੇ ਤਬਾਹੀ ਦੇ ਇਮਕਾਨ ਨੇ ਪਾਕਿਸਤਾਨ ਦੇ ਵਿੱਚ। ਔਰ ਇਹ ਸਾਰਾ ਕੌਣ ਕਹਿ ਰਿਹਾ? ਇਹ ਕਾਮਨਵੈਲਥ ਦੇ ਜਿਹੜੇ ਸੈਕਟਰੀ ਜਨਰਲ ਨੇ ਉਹ ਇੱਥੇ ਪਾਕਿਸਤਾਨ ਆਈਆਂ ਨੇ ਔਰ ਉਹਨਾਂ ਨੇ ਕੱਲ੍ਹ ਮੁਲਾਕਾਤ ਵੀ ਕੀਤੀ ਹੈ ਬਹੁਤ ਸਾਰੇ ਹੁਕਾਮ ਦੇ ਨਾਲ। ਅੱਗੇ ਵੀ 5 ਦਿਨ ਦਾ ਉਹਨਾਂ ਦਾ ਦੌਰਾ, ਹੋਰ ਵੀ ਲੋਕਾਂ ਨਾਲ ਮਿਲਣਗੀਆਂ। ਅਤੇ ਪੈਟਰੀਸ਼ੀਆ ਸਕਾਟਲੈਂਡ ਜਿਹੜੀਆਂ ਨੇ ਉਹਨਾਂ ਨੇ ਇੱਕ ਗੱਲ ਕੀਤੀ ਔਰ ਉਹਨਾਂ ਨੇ ਇਹ ਵੀ ਇਤਰਾਫ ਕੀਤਾ ਕਿ ਕਾਰਬਨ ਦੇ ਅਖਰਾਜ ਦੇ ਹਵਾਲੇ ਨਾਲ ਪਾਕਿਸਤਾਨ ਦਾ ਇੰਨਾ ਕਸੂਰ ਹੈਗਾ ਨਹੀਂ ਪੂਰੀ ਦੁਨੀਆ 'ਚ। ਯਾਨੀ ਪਾਕਿਸਤਾਨ ਇੰਨਾ ਕਾਰਬਨ ਖਾਰਿਜ ਨਹੀਂ ਕਰਦਾ, ਲੇਕਿਨ ਸਭ ਨਾਲੋਂ ਜ਼ਿਆਦਾ ਅਸਰਾਤ ਜਿਹੜੇ ਨੇ ਉਹ ਇਹਦੇ ਉੱਤੇ ਪੈ ਰਹੇ ਨੇ ਅਤੇ ਇਹਦੇ ਵਾਸਤੇ ਪਾਕਿਸਤਾਨ ਦੇ ਨਾਲ ਇਨਸਾਫ ਹੋਣਾ ਚਾਹੀਦਾ। ਅਤੇ ਇਹ ਸਾਨੂੰ ਇੱਕ ਲੱਗਾ ਕਿ ਚੰਗੀ ਇੱਕ ਸਾਡੀ ਹਮਾਇਤ ਦੇ ਵਿੱਚ ਆਵਾਜ਼ ਉੱਠੀ ਅਤੇ ਅਸੀਂ ਇਹਦਾ ਖੈਰ ਮਕਦਮ ਵੀ ਕੀਤਾ। ਪਰ ਇੱਕ ਗੱਲ ਹੈ ਕਿ ਸਾਇੰਟਿਸਟਾਂ ਨੇ ਇਹ ਕਿਹਾ ਹੈ ਕਿ ਪਾਕਿਸਤਾਨ ਇੱਕ ਐਸੇ ਰੀਜਨ 'ਚ ਵੇ, ਐਸੇ ਇਲਾਕੇ ਦੇ ਵਿੱਚ ਹੈਗਾ ਵੇ ਇਹ ਮੁਲਕ, ਕਿ ਜਿੱਥੇ ਦੋ ਤਰ੍ਹਾਂ ਦੀ ਮੁਖਤਲਿਫ ਯਾਨੀ ਮਾਹੌਲੀਆਤੀ ਲਹਿਰਾਂ ਬੇਕ ਵਕਤ ਕੰਮ ਕਰ ਰਹੀਆਂ। ਇਹ ਦੁਨੀਆ ਦੇ ਵਿੱਚ ਸ਼ਾਇਦ ਹੀ ਕਿਸੇ ਇੱਕ ਮੁਲਕ ਦੇ ਨਾਲ ਇੰਝ ਹੋਵੇ, ਕਿਉਂਕਿ ਇੱਕ ਲਹਿਰ ਉਹ ਹੈ ਜਿਹੜੀ ਇੱਥੇ ਖੁਸ਼ਕ ਸਾਲੀ, ਗਰਮੀ ਯਾਨੀ ਗਰਮੀ 'ਚ ਇਜ਼ਾਫੇ ਦਾ ਅਤੇ ਮੌਸਮ ਨੂੰ ਗਰਮ ਕਰਨ ਦਾ ਬਾਇਸ ਬਣਨ ਡਈ। ਇਹਦੇ ਨਾਲ ਜ਼ਮੀਨਾਂ ਬੰਜਰ ਹੋਣਗੀਆਂ, ਇਹਦੇ ਨਾਲ ਲੋਕਾਂ ਦੇ ਭੁੱਖ ਜਿਹੜੀ ਉਹ ਵਧੇਗੀ, ਫੂਡ ਸਿਕਿਉਰਿਟੀ ਦਾ ਮਸਲਾ ਆਏਗਾ। ਲੇਕਿਨ ਦੂਸਰੇ ਪਾਸੇ ਜਿਹੜੀ ਲਹਿਰ ਹੈ ਉਹ ਇੱਥੇ ਜ਼ਿਆਦਾ ਬਾਰਿਸ਼ਾਂ ਕਰੇਗੀ, ਸੈਲਾਬ ਲੈ ਕੇ ਆਵੇਗੀ। ਇਹ ਦੋ ਲਹਿਰਾਂ ਨੇ ਔਰ ਬੇਕ ਵਕਤ ਜਦੋਂ ਇਹ ਕੰਮ ਕਰਨ ਡਈਆਂ ਨੇ ਅਤੇ ਦੋ ਤਰ੍ਹਾਂ ਦੀ ਤਬਾਹੀ ਦਾ ਸਾਨੂੰ ਸਾਹਮਣਾ। ਔਰ ਇਹੀ ਵਜ੍ਹਾ ਹੈ ਕਿ ਅਸੀਂ ਹੈਰਾਨ ਹਾਂ ਕਿ ਇੰਨੀਆਂ ਬਾਰਿਸ਼ਾਂ ਵੀ ਹੋ ਰਹੀਆਂ ਨੇ ਜਦੋਂ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ। ਜਦੋਂ ਗਰਮੀ ਦਾ ਮੌਸਮ ਆਉਂਦਾ ਅਤੇ ਇੰਤਹਾ ਦੀ ਗਰਮੀ, ਇਸ ਦਫਾ ਵੇਖੋ ਤੁਸੀਂ ਕਿ ਕਿੰਨੇ ਦਿਨ ਟੈਂਪਰੇਚਰ ਜਿਹੜਾ ਹੈ ਉਹ 50 ਡਿਗਰੀ ਤੱਕ ਗਿਆ, ਜਿਹੜਾ ਅੱਗੇ ਕਈ ਸਾਲਾਂ ਬਾਅਦ ਆਉਂਦਾ, ਕਦੇ ਇੱਕ ਅੱਧਾ ਦਿਨ 50 ਸੈਂਟੀਗ੍ਰੇਡ ਵਾਲਾ, ਅਤੇ ਇਸ ਦਫਾ ਕਈ ਦਿਨ ਜਿਹੜੇ ਨੇ ਉਹ 50 ਦਰਜੇ ਸੈਂਟੀਗ੍ਰੇਡ 'ਤੇ ਗਰਮੀ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਰਹੀ ਹੈ। ਔਰ ਜਿਹੜਾ ਪਹਿਲੇ ਗਰਮੀ ਦੀ ਹਿੱਦਤ ਜਿੱਥੇ ਬਹੁਤ ਜ਼ਿਆਦਾ ਹੁੰਦੀ ਸੀ ਨਾ, ਅਤੇ ਉਹ 42-43 ਹੁੰਦੀ ਸੀ, ਉੱਥੇ 47-48 ਚਲੀ ਗਈ। ਅਤੇ ਇਹ ਉਸ ਲਹਿਰ ਦੇ ਅੰਡਰ ਹੀ ਹੋ ਰਿਹਾ। ਇਹਦੇ ਨਾਲ ਹੋਵੇਗਾ ਕਿ ਉਹਨਾਂ ਕਿਹਾ ਕਿ ਇਨਸਾਨਾਂ ਦੇ ਰਹਿਣ ਵਾਸਤੇ ਇਹ ਮੁਲਕ ਨਾਮੁਨਾਸਿਬ ਹੋ ਜਾਏਗਾ, ਯਾਨੀ ਰਹਿਣ ਦੇ ਕਾਬਲ ਨਹੀਂ ਰਹੇਗਾ। ਅਗਲੇ 4-5 ਸਾਲ ਤਾਂ ਅਸੀਂ ਕੋਸ਼ਿਸ਼ਾਂ ਕਰ ਸਕਦੇ ਹਾਂ, ਲੇਕਿਨ 10-15 ਸਾਲ ਬਾਅਦ ਅਗਰ ਉਹ ਕੋਸ਼ਿਸ਼ਾਂ ਅਸੀਂ ਨਾ ਕੀਤੀਆਂ ਤਾਂ ਫਿਰ ਪਾਕਿਸਤਾਨ ਜਿਹੜੇ ਇਲਾਕੇ ਦੇ ਵਿੱਚ ਹੈਗਾ, ਇਸ ਇਲਾਕੇ ਦੇ ਵਿੱਚ ਇਨਸਾਨਾਂ ਦਾ ਰਹਿਣਾ ਉਹ ਨਾਮੁਮਕਿਨ ਹੋ ਜਾਏਗਾ। ਟੈਂਪਰੇਚਰ ਵੱਧ ਜਾਏਗਾ ਔਰ ਇਹ ਟੈਂਪਰੇਚਰ ਇੰਨਾ ਵੱਧ ਜਾਏਗਾ ਕਿ ਅਸੀਂ ਹੁਣ ਜਿਹੜੇ ਦਰਖਤ ਲਗਾ ਕੇ ਟੈਂਪਰੇਚਰ ਨੂੰ ਘੱਟ ਕਰ ਸਕਦੇ ਹਾਂ ਨਾ, ਅਤੇ ਫਿਰ ਇਹ ਨੌਬਤ ਆਏਗੀ ਕਿ ਉਹ ਟੈਂਪਰੇਚਰ ਜ਼ਿਆਦਾ ਹੋਣ ਦੇ ਬਿਨਾਂ ਅਸੀਂ ਦਰਖਤ ਲਾਵਾਂਗੇ ਅਤੇ ਦਰਖਤ ਚੱਲੇਗਾ ਹੀ ਨਹੀਂ। ਉਹ ਛੋਟੇ ਛੋਟੇ ਪੌਦੇ ਹੋਣਗੇ, ਉਹ ਸੜ ਜਾਣਗੇ ਅਤੇ ਉਹ ਵੀ ਕੋਸ਼ਿਸ਼ਾਂ ਜਿਹੜੀਆਂ ਲੋਕਾਂ ਦੀਆਂ ਉਹ ਨਾਕਾਰਾ ਹੋ ਜਾਣਗੀਆਂ। ਹੋਰ ਵੀ ਜਿਹੜੇ ਇਸਲਾਹੀ ਪ੍ਰੋਗਰਾਮ ਨੇ ਉਹ ਵੀ ਗੈਰ ਮੁਅੱਸਰ ਹੋ ਜਾਣਗੇ। ਫਸਲਾਂ ਜਿਹੜੀਆਂ ਨੇ ਅੱਜ ਥੋੜ੍ਹੀਆਂ ਬਹੁਤੀਆਂ ਅਸੀਂ ਲੈ ਰਹੇ ਹਾਂ, ਇਹ ਫਸਲਾਂ ਨਹੀਂ ਹੋਣਗੀਆਂ, ਫਲ ਨਹੀਂ ਲੱਗਣਗੇ ਦਰਖਤਾਂ। ਇਸ ਸਾਲ ਹੀ ਵੇਖਿਆ ਕਿ ਕਿੰਨੋ ਦੀ ਜਿਹੜੀ ਫਸਲ ਹੈ ਉਹ ਮੁਤਾਸਰ ਹੋਈ ਹੈ, ਜ਼ਿਆਦਾ ਗਰਮੀ ਪੈਣ ਦੀ ਵਜ੍ਹਾ ਨਾਲ ਕਿੰਨੋ ਦਾ ਜਿਹੜਾ ਛੋਟਾ ਫਲ ਸੀ ਉਹ ਝੜ ਗਿਆ, ਅਤੇ ਇਸ ਅਗਲੇ ਸੀਜ਼ਨ ਦੇ ਵਿੱਚ ਜਿਹੜਾ ਸਾਡੇ ਕੋਲ ਕਿੰਨੋ ਆਏਗਾ ਥੋੜ੍ਹਾ ਆਏਗਾ, ਅਤੇ ਇਹ ਅਸਰਾਤ ਹੋਣੇ ਸ਼ੁਰੂ ਹੋ ਗਏ। ਅਤੇ ਇਹ ਦੋ ਲਹਿਰਾਂ ਜਿਹੜੀਆਂ ਨੇ ਇਹ ਮੁਸਲਸਲ ਪਾਕਿਸਤਾਨ ਦੇ ਵਿੱਚ ਖਰਾਬੀ ਪੈਦਾ ਕਰਨ ਡਈਆਂ। ਮੈਂ ਹੈਰਾਨ ਹੋਇਆ ਕਿ ਐਡਾ ਵੱਡਾ ਮੁਲਕ ਸਾਡਾ, ਇੰਨੇ ਇਦਾਰੇ ਨੇ ਔਰ ਮਾਹੌਲੀਆਤ ਦੀ ਵਜ਼ਾਰਤਾਂ ਮੁਸਲਸਲ ਕੰਮ ਕਰਨ ਡਈਆਂ ਨੇ ਅਤੇ ਪੇਸ਼ਨਗੋਈ ਕਰਨ ਵਾਲੇ ਮਹਿਕਮੇ ਹੈਗੇ ਨੇ ਮੌਸਮ ਦੀ, ਅਤੇ ਫਿਰ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਪਾਕਿਸਤਾਨ ਦੇ ਵਿੱਚ ਇੱਕ ਸਾਰਾ ਕੁਝ ਹੋ ਰਿਹਾ ਸੀ ਔਰ ਕਿੱਧਰ ਸਾਡਾ ਮੌਸਮ ਅਤੇ ਮਾਹੌਲ ਜਾ ਰਿਹਾ ਅਤੇ ਅਸੀਂ ਇਹਦੇ ਵਾਸਤੇ ਕੁਝ ਕਰੀਏ। ਅਤੇ ਮੈਨੂੰ ਕੁਝ ਰਿਪੋਰਟਾਂ ਦੇ ਵਿੱਚ ਨਜ਼ਰ ਆਇਆ ਕਿ ਸਾਬਕ ਸੈਕਟਰੀ ਦਿਫਾ ਹੈਗੇ ਨੇ ਨਈਮ ਖਾਲਿਦ, ਔਰ ਇਹ ਲੈਫਟੀਨੈਂਟ ਜਨਰਲ ਨਈਮ ਖਾਲਿਦ ਹੈਗੇ ਨੇ, ਉਹਨਾਂ ਦੀਆਂ ਕੁਝ ਰਿਪੋਰਟਾਂ ਮੇਰੇ ਸਾਹਮਣੇ ਆਈਆਂ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਸਾਹਮਣੇ ਆਇਆ ਜਦੋਂ ਮਸਲਾ ਮੁਖਤਲਿਫ ਮਹਿਕਮੇ ਨੇ ਆਪਣੀ ਰਿਪੋਰਟਾਂ 2010 'ਚ ਜਿਹੜਾ ਸੈਲਾਬ ਆਇਆ ਸੀ ਉਹਦੇ ਤੋਂ ਬਾਅਦ ਰਿਪੋਰਟਾਂ ਦਿੱਤੀਆਂ, ਪੇਸ਼ਨਗੋਈ ਕੀਤੀ ਸੀ ਕਿ ਪਾਕਿਸਤਾਨ ਜਿਹੜਾ ਹੈ ਉਹ ਸ਼ਦੀਦ ਮੌਸਮੀ ਹਾਲਾਤ ਦੇ ਨਾਲ ਮੁਤਾਸਰ ਹੋਣ ਵਾਲੇ ਮੁਲਕਾਂ 'ਚ ਸ਼ਾਮਿਲ ਹੋ ਰਿਹਾ ਵੇ
ਔਰ ਅਗਲੇ ਥੋੜ੍ਹੇ ਹੀ ਅਰਸੇ ਦੇ ਵਿੱਚ ਇੱਥੇ ਮਾਹੌਲੀਆਤੀ ਤਬਾਹੀਆਂ ਆਉਣਗੀਆਂ। ਅਤੇ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਜਿਹੜੇ ਗੈਰ ਮੁਲਕੀ ਮਾਹਿਰੀਨ ਸਨ ਉਹਨਾਂ ਨੇ ਵੀ ਸਾਡੇ ਨਾਲ ਰਾਬਤੇ ਕੀਤੇ, ਔਰ ਅਸੀਂ ਜਦੋਂ ਕੋਈ ਰਿਪੋਰਟ ਪੇਸ਼ ਕਰਨੇ ਸਾਂ ਹਕੂਮਤਾਂ ਦੇ ਅੱਗੇ, ਅਤੇ ਹਕੂਮਤਾਂ ਦਾ ਉਹਦੇ 'ਤੇ ਜਿਹੜਾ ਲਾਹੇ ਅਮਲ ਹੁੰਦਾ ਸੀ ਔਰ ਜਿਹੜੀ ਸੋਚ ਹੁੰਦੀ ਸੀ ਉਹ ਬੜੀ ਹੀ ਲਾਪਰਵਾਹੀ ਦੇ ਉੱਤੇ ਮਬਨੀ ਸੀ। ਅਤੇ ਫਿਰ ਤੁਸੀਂ ਵੇਖਿਆ ਕਿ ਉਹ 2010 'ਚ ਜਿਹੜੀ ਪੀਪਲਜ਼ ਪਾਰਟੀ ਦੀ ਗਵਰਨਮੈਂਟ ਸੀ ਉਹ 2013 'ਚ ਗਈ, ਉਸ ਤੋਂ ਬਾਅਦ ਮੁਸਲਿਮ ਲੀਗ ਆਈ, ਫਿਰ ਪੀਪਲਜ਼ ਪਾਰਟੀ ਦੀ ਗਵਰਨਮੈਂਟ ਆਈ, ਫਿਰ ਮੁਸਲਿਮ ਲੀਗ ਦੀ ਗਵਰਨਮੈਂਟ ਖਤਮ ਹੋਈ ਅਤੇ PTI ਦੀ ਗਵਰਨਮੈਂਟ ਆ ਗਈ, PTI ਦੀ ਗਈ ਅਤੇ PDM ਆ ਗਈ, ਔਰ ਉਹ ਹੁਣ ਮੁਸਲਿਮ ਲੀਗ ਨੂਨ ਦੀ ਗਵਰਨਮੈਂਟ ਆ ਗਈ। ਅਤੇ ਇਹਨਾਂ ਗਵਰਨਮੈਂਟਾਂ ਦੇ ਵਿੱਚ ਸਾਨੂੰ ਇੱਕੋ ਹੀ ਚੀਜ਼ ਕਾਮਨ ਨਜ਼ਰ ਆਈ, ਔਰ ਉਹ ਹੈਗੀ ਸੀ ਨੁਕਸਾਨ। ਜਦੋਂ ਵੀ ਸੈਲਾਬ, ਬਾਰਿਸ਼ਾਂ ਜਾਂ ਗਰਮੀ ਪੈਂਦੀ ਤਾਂ ਲੋਕ ਮਰਦੇ ਨੇ। ਇਸ ਦਫਾ ਸਿਰਫ ਕਰਾਚੀ ਦੇ ਵਿੱਚ ਗਰਮੀ ਦੇ ਵਜ੍ਹਾ ਨਾਲ, ਚੰਦ ਹਫ਼ਤੇ ਪਹਿਲੇ ਦੀ ਰਿਪੋਰਟ ਮੈਂ ਤੁਹਾਨੂੰ ਦੱਸਣ ਡਿਆ ਵਾਂ ਕਿ ਸਿਰਫ ਕਰਾਚੀ ਦੇ ਵਿੱਚ 50 ਦੇ ਕਰੀਬ ਲੋਕ ਗਰਮੀ ਦੀ ਵਜ੍ਹਾ ਨਾਲ ਮਰ ਗਏ। ਪੰਜਾਬ ਦੇ ਵੀ ਮੁਖਤਲਿਫ ਸ਼ਹਿਰਾਂ 'ਚ ਇਹੋ ਕੁਛ ਹੀ ਹੋਇਆ। ਔਰ ਇਹ ਸਿਰਫ ਇਹ ਨਹੀਂ ਹੈਗਾ ਕਿ ਗਰਮੀ ਦੀ ਵਜ੍ਹਾ ਨਾਲ ਮਰੇ, ਸੈਲਾਬ ਨਾਲ 2022 ਦਾ ਜਿਹੜਾ ਸੈਲਾਬ ਆਇਆ ਸੀ ਉਹਦੇ ਵਿੱਚ ਕੋਈ 1500 ਲੋਕ ਮਰੇ, ਔਰ ਉਹ ਸੈਲਾਬ ਦੇ ਜਿਹੜਾ ਨੁਕਸਾਨ ਹੋਇਆ ਪਾਕਿਸਤਾਨ ਨੂੰ ਉਹ $30 ਅਰਬ ਦਾ ਨੁਕਸਾਨ ਹੈ। ਇਹ ਉਹ ਨੁਕਸਾਨ ਹੈ ਜਿਹੜੀ ਉਦੋਂ ਦੇ ਵਜ਼ੀਰ ਖਾਰਜਾ ਬਿਲਾਵਲ ਭੁੱਟੋ ਨੇ ਅਕਵਾਮ ਮੁਤਹਦਾ ਨੂੰ ਜਿਹੜੇ ਅਦਾਦੋ ਸ਼ੁਮਾਰ ਨੁਕਸਾਨ ਦੇ ਦਿੱਤੇ ਸੀ ਉਹਦੇ ਵਿੱਚ ਇਹ ਪੇਸ਼ ਕੀਤਾ ਗਿਆ ਸੀ। ਅਤੇ ਆਲਮੀ ਇਦਾਰਿਆਂ ਨੇ ਜਦੋਂ ਮੰਨਿਆ ਸੀ ਅਤੇ ਉਹਨਾਂ ਨੇ ਕੋਈ $10 ਅਰਬ ਦੇ ਕਰੀਬ ਦੇ ਮੰਨਿਆ ਸੀ ਕਿ ਇੰਨਾ ਕੋਈ ਨੁਕਸਾਨ ਤੁਹਾਡਾ ਹੈਗਾ ਅਤੇ ਇਹ ਅਸੀਂ ਦਿੰਦੇ। ਹੁਣ ਇਹ ਜਿਹੜੀ ਕਾਮਨਵੈਲਥ ਦੀ ਸੈਕਟਰੀ ਜਨਰਲ ਆ ਰਹੀਆਂ ਨੇ, ਇਹ ਇੱਕ ਤਾਂ ਜਾਇਜ਼ਾ ਲੈਣਗੀਆਂ ਕਿ 2022 ਤੋਂ ਬਾਅਦ, ਸੈਲਾਬ ਤੋਂ ਬਾਅਦ ਜਿਹੜੇ ਆਲਮੀ ਇਮਦਾਦ ਪਾਕਿਸਤਾਨ ਨੂੰ ਮਿਲੀ, ਉਹ ਜਿਹੜੇ ਮਨਸੂਬਿਆਂ 'ਤੇ ਪਾਕਿਸਤਾਨ ਨੇ ਕਿਹਾ ਕਿ ਅਸੀਂ ਮੁਤਾਸਰੀਨ ਵਾਸਤੇ, ਸੈਲਾਬ ਮੁਤਾਸਰੀਨ ਖਰਚ ਕਰਨੇ ਨੇ, ਕੀ ਉਹ ਇਮਦਾਦ ਉੱਥੇ ਖਰਚ ਹੋਈ? ਉਹ ਤਰੱਕੀਆਤੀ ਮਨਸੂਬਿਆਂ ਦਾ ਕੀ ਬਣਿਆ? ਇੱਕ ਤਾਂ ਇਹ ਉਹ ਜਾਇਜ਼ਾ ਲੈਣਾ। ਫਿਰ ਉਹਨਾਂ ਨੇ ਇਹ ਜਾਇਜ਼ਾ ਲੈਣਾ ਹੈ ਕਿ ਮੁਸਤਕਬਲ ਦੇ ਵਿੱਚ ਹਕੂਮਤਾਂ ਇਹਦੇ ਉੱਤੇ ਕੀ ਕਰਨਾ ਚਾਹੁੰਦੀਆਂ ਨੇ। ਇਸ ਤੋਂ ਇਲਾਵਾ ਉਹ ਮੌਜੂਦਾ ਹਕੂਮਤ ਦੇ ਕੁਝ ਆਪਣਾ ਵੀ ਵਿੱਚ ਜ਼ਾਹਿਰ ਹੈ ਵਿੱਚ ਇੰਟਰਸਟ ਪੈਦਾ ਕਰਨਾ ਸੀ, ਤਾਂ ਉਹਨਾਂ ਨੇ ਉਹਦੇ ਨਾਲ ਇੱਕ ਲਿੰਕ ਏਜੰਡੇ ਦਾ ਸਰਮਾਇਆਕਾਰੀ ਵੀ ਲਾ ਦਿੱਤਾ ਵਿੱਚ, ਅਤੇ ਨੌਜਵਾਨਾਂ ਦੀ ਬਹਿਬੂਦ ਵੀ ਲਾ ਦਿੱਤਾ, ਅਤੇ ਇਹ ਸਿਆਸੀ ਚੀਜ਼ਾਂ ਵੀ ਬਣਾ। ਲੇਕਿਨ ਬੁਨਿਆਦੀ ਤੌਰ 'ਤੇ ਜਿਹੜਾ ਕਾਮਨਵੈਲਥ ਦੀ ਸੈਕਟਰੀ ਜਨਰਲ ਨੇ ਪੈਟਰੀਸ਼ੀਆ ਸਕਾਟਲੈਂਡ, ਉਹਨਾਂ ਦਾ ਦੌਰਾ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਮਾਹੌਲੀਆਤੀ ਤਬਦੀਲੀਆਂ ਦੇ ਉੱਤੇ ਜਿਹੜੀ ਤਸ਼ਵੀਸ਼ ਆਲਮੀ ਬਰਾਦਰੀ ਦੇ ਵਿੱਚ ਵੀ ਪੈਦਾ ਹੋ ਰਹੀ, ਉਹਦਾ ਜਾਇਜ਼ਾ ਲੈਣਾ ਕਿ ਪਾਕਿਸਤਾਨ ਕੀ ਕਰ ਰਿਹਾ। ਇਹਦੇ ਵਿੱਚ ਇੱਕ ਹੋਰ ਗੱਲ ਆਈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਫੰਡਸ ਹੁੰਦੇ ਨੇ ਮਾਹੌਲੀਆਤੀ ਤਬਦੀਲੀ ਦੇ ਖਿਲਾਫ ਲੜਨ ਵਾਸਤੇ, ਉਹਦਾ ਇਸਤੇਮਾਲ ਕਿਵੇਂ ਹੁੰਦਾ ਹੈ। ਫਿਰ ਜਿਹੜੀਆਂ ਕੁਦਰਤੀ ਤਬਾਹੀ ਆਉਂਦੀ, ਜਦੋਂ ਸੈਲਾਬ ਦੀ ਸ਼ਕਲ 'ਚ ਆਵੇ ਜਾਂ ਬਾਰਿਸ਼ ਦੀ ਸ਼ਕਲ 'ਚ ਆਵੇ ਜਾਂ ਫਿਰ ਸ਼ਦੀਦ ਗਰਮੀ ਦੀ ਸ਼ਕਲ ਦੇ ਵਿੱਚ ਆਵੇ, ਅਤੇ ਉਹਦੇ ਬਾਅਦ ਲਾਹੇ ਅਮਲ ਕੀ ਹੈ ਸਾਡਾ। ਅਤੇ 3-4 ਬੜੀ ਨਾ ਪੈਟ ਕਿਸਮ ਦੇ ਇਹਦੇ ਇਲਾਜ ਹੈਗੇ ਨੇ ਮਾਹੌਲੀਆਤੀ ਆਲੂਦਗੀ ਦੇ ਹਵਾਲੇ ਨਾਲ, ਔਰ ਉਹਨਾਂ ਦੇ ਉੱਤੇ ਅਸੀਂ ਨਹੀਂ ਆ ਸਕੇ। ਮਸਲਨ ਸ਼ਜਰਕਾਰੀ ਦਾ ਹੈਗਾ ਸੀ, ਉਹ PTI ਗਵਰਨਮੈਂਟ ਨੇ ਐਲਾਨ ਕੀਤਾ ਪਹਿਲੇ 1 ਅਰਬ ਦਰਖਤ ਲਗਾਉਣ ਦਾ, ਜਦੋਂ KPK ਦੇ ਵਿੱਚ ਉਹਨਾਂ ਦੀ ਗਵਰਨਮੈਂਟ ਸੀ, ਔਰ ਉਹ ਕੰਪੇਨ ਚੱਲੀ, ਕੋਈ ਜਗ੍ਹਾ 'ਤੇ ਲੱਗੇ ਵੀ ਦਰਖਤ, ਲੇਕਿਨ 1 ਅਰਬ ਦਰਖਤ ਜਿਹੜਾ ਉਹ ਨਹੀਂ ਲੱਗਿਆ। ਇਸੇ ਤਰ੍ਹਾਂ ਬਾਅਦ ਦੇ ਵਿੱਚ ਉਹਨਾਂ ਦੀ ਜਦੋਂ ਫੈਡਰਲ ਗਵਰਨਮੈਂਟ ਬਣੀ ਅਤੇ ਉਹਨਾਂ ਨੇ ਕਿਹਾ ਜੀ ਕਿ 10 ਅਰਬ ਦਰਖਤ ਲਗਾਏ ਜਾਣਗੇ, ਲੇਕਿਨ 10 ਅਰਬ ਦਰਖਤ ਨਹੀਂ ਲੱਗਾ। ਔਰ ਅਗਰ ਉਹ ਲੱਗ ਜਾਂਦਾ ਦਰਖਤ, ਔਰ ਵੱਡਾ ਦਰਖਤ ਲੱਗਦਾ, ਅਤੇ ਫਿਰ ਤੁਸੀਂ ਯਕੀਨ ਕਰੋ ਕਿ ਪਾਕਿਸਤਾਨ ਦੇ ਵਿੱਚ ਮੌਸਮ 3-4 ਸਾਲ ਦੇ ਵਿੱਚ ਬਦਲ ਜਾਣਾ ਸੀ। ਉਹ ਦਰਖਤ ਨਹੀਂ ਲੱਗਾ। ਇਸੇ ਤਰ੍ਹਾਂ ਜਿਹੜੀਆਂ ਹਕੂਮਤਾਂ ਅਸੀਂ ਆਪਣੇ ਪੈਦਾ ਹੋਣ ਤੋਂ ਪਹਿਲੇ ਦੀਆਂ ਪੜ੍ਹਦੇ ਆਏ ਜਿਨ੍ਹਾਂ ਬਾਰੇ, ਔਰ ਫਿਰ ਵੇਖੀਆਂ ਵੀ, ਉਹ ਹਕੂਮਤਾਂ ਹਰ ਸਾਲ ਸ਼ਜਰਕਾਰੀ ਕਰਦੀਆਂ ਨੇ 2 ਦਫਾ। ਉਹ ਸ਼ਜਰਕਾਰੀ ਕੀ ਹੁੰਦੀ? ਦਰਖਤ ਲਾਏ ਜਾਂਦੇ ਨੇ ਛੋਟੇ ਛੋਟੇ, ਔਰ ਉਹ ਲਾ ਕੇ ਤੇ ਭੁੱਲ ਜਾਂਦੇ ਨੇ ਲੋਕ, ਉਹ ਦੇਖਭਾਲ ਨਾ ਹੁੰਦੀ ਬੇ ਨਾਲ ਮਾਰੇ ਜਾਂਦੇ ਨੇ। ਇਹ ਨਹੀਂ ਹੋਣਾ ਚਾਹੀਦਾ। ਵੱਡੇ ਪੌਦੇ ਲਾਓ, ਫਿਰ ਉਹਦੀ ਦੇਖਭਾਲ ਕਰੋ, ਫਿਰ ਜਾ ਕੇ ਉਹ ਕਰਨਗੇ। ਅਤੇ ਅਸੀਂ ਉਲਝੇ ਰਹੇ ਪਿਛਲੇ ਕਈ ਸਾਲਾਂ ਦੇ ਵਿੱਚ। ਸਾਡੇ ਸਾਹਮਣੇ ਕੌਮੀ ਸਤ੍ਹਾ ਦੇ ਮਸਾਇਲ ਕੀ ਸਨ? ਮਸਾਇਲ ਇਹ ਸਨ ਕਿ ਸਿਕਿਉਰਿਟੀ ਦੀ ਸੂਰਤ ਹਾਲ ਸੀ, ਹਮੇਸ਼ਾ ਉਹ ਡਿਸਕਸ ਹੁੰਦੀ ਸੀ। IMF ਦੇ ਨਾਲ ਸਾਡੇ ਜਿਹੜੇ ਮਾਮਲਾਤ ਨੇ ਪਿਛਲੇ 30 ਸਾਲਾਂ ਤੋਂ, ਅਸੀਂ ਉਹ ਡਿਸਕਸ ਬਾਰ-ਬਾਰ ਕਰਨੇ ਪਏ, ਹੁਣ ਵੀ ਸਭ ਨੂੰ ਜ਼ਿਆਦਾ ਉਹੀ ਹੁੰਦੇ ਨੇ। ਫਿਰ ਜਿਹੜੀ ਅਫਗਾਨਿਸਤਾਨ ਦੀ ਸੂਰਤ ਹਾਲ ਹੈ, ਉਹ ਸਾਡੇ ਕੌਮੀ ਹਾਲਾਤ ਦੇ ਵਿੱਚ ਬੜੀ ਜ਼ੇਰੇ ਬਹਿਸ ਰਹੀ, ਹਕੂਮਤਾਂ ਵੀ ਉਹਦੇ ਉੱਤੇ ਤਵੱਜੋ ਰੱਖੀ। ਫਿਰ ਅਮਰੀਕਾ ਅਤੇ ਇੰਡੀਆ ਦੇ ਨਾਲ ਜਿਹੜੇ ਤਾਲੁਕਾਤ ਨੇ, ਇਹ 4-5-6 ਇਸ਼ੂਜ਼ ਨੇ ਜਿਨਦੇ ਉੱਤੇ ਸਾਡੀ ਪੂਰੀ ਤਵਾਨਾਈ, ਕੌਮ ਦੀ ਔਰ ਮੁਲਕ ਦੀ ਤਵਾਨਾਈ ਜਿਹੜੀ ਇਹਦੇ ਉੱਤੇ ਬਰਬਾਦ ਹੋਈ। ਅਤੇ ਜਿਹੜੀ ਤਵਾਨਾਈ ਲੱਗਣੀ ਚਾਹੀਦੀ ਸੀ ਇਸ ਮੁਲਕ ਦੀ ਬਹਿਬੂਦ ਵਾਸਤੇ, ਤਰੱਕੀ ਵਾਸਤੇ, ਔਰ ਇੱਥੇ ਮਾਹੌਲੀਆਤ ਦੀ ਬਿਹਤਰੀ ਵਾਸਤੇ, ਫੂਡ ਸਿਕਿਉਰਿਟੀ ਵਾਸਤੇ, ਲੋਕਾਂ ਦੀ ਮਈਸ਼ਤ ਬਿਹਤਰ ਕਰਨ ਵਾਸਤੇ, ਲੋਕਾਂ ਨੂੰ ਜ਼ਿੰਦਗੀ ਦੀ ਬੁਨਿਆਦੀ ਸਹੂਲਤਾਂ ਦੇਣ ਵਾਸਤੇ, ਉਹ ਨਹੀਂ ਹੋਇਆ ਕੰਮ। ਔਰ ਅੱਜ ਸੂਰਤ ਹਾਲ ਇਹ ਵੇ
ਕਿ ਦੁਨੀਆ ਤਾਂ ਸਾਡੇ ਵਾਸਤੇ ਜੋ ਥੋੜ੍ਹੀ ਬਹੁਤੀ ਫਿਕਰਮੰਦ ਹੈਗੀ, ਅਸੀਂ ਵੀ ਆਪਣੇ ਜਿਹੜਾ ਮੁਸਤਕਬਲ ਹੈ ਉਹਦੇ ਤੋਂ ਲਾਪਰਵਾਹ ਨਜ਼ਰ ਆ ਰਹੇ। ਅਤੇ ਜੀਂਦੇ ਰਹੋ, ਵਸਦੇ ਰਹੋ।